ਸਤਿ ਸ਼੍ਰੀ ਅਕਾਲ ਪੰਜਾਬੀਓ। ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਕ੍ਰਿਸ਼ਮੇ ਅਕਸਰ ਹੁੰਦੇ ਹੀ ਰਹਿੰਦੇ ਹਨ। ਅਸੀਂ ਆਪਣੀ ਅੱਖਾਂ ਦੇ ਨਾਲ ਦੇਖੇ, ਕੰਨਾਂ ਦੇ ਨਾਲ ਸੁਣੇ ਵੀ ਹਨ। ਕੁਝ ਦਾ ਪਤਾ ਲੱਗ ਜਾਂਦਾ ਹੈ, ਪਰ ਬਹੁਤ ਕਿੱਸੇ ਅਣਸੁਣੇ ਹੀ ਰਹਿ ਜਾਂਦੇ ਹਨ। ਅੱਜ ਅਸੀਂ ਤੁਹਾਨੂੰ ਇੱਕ ਐਸੀ ਹੀ ਘਟਨਾ ਦੀ ਵੀਡੀਓ ਦਿਖਾਉਣ ਜਾ ਰਹੇ ਹਾਂ ਜਿਸ ਦੇ ਨਾਲ ਨਾਸਤਿਕ ਲੋਕਾਂ ਨੂੰ ਵੀ ਰੱਬ ਤੇ ਯਕੀਨ ਹੋ ਜਾਵੇਗਾ ਅਤੇ ਇਹ ਵੀ ਪੱਕਾ ਹੋ ਜਾਵੇਗਾ ਕਿ ਇਸ ਦੁਨੀਆ ਤੇ ਜੇਕਰ ਪੂਰੇ ਸੰਕਲਪ ਅਤੇ ਸ਼ਰਧਾ ਦੇ ਨਾਲ ਕੁਝ ਕੀਤਾ ਜਾਵੇ ਤਾਂ ਕਿਸੇ ਵੀ ਅਸੰਭਵ ਕੰਮ ਨੂੰ ਸੰਭਵ ਕੀਤਾ ਜਾ ਸਕਦਾ ਹੈ। ਇੱਥੇ ਇਹ ਵੀ ਦੱਸ ਦਈਏ ਕਿ ਇਹ ਘਟਨਾ ਉਸ ਦਿਨ ਵਰਤੀ ਜਿਸ ਦਿਨ ਸਿੱਧੂ ਮੂਸੇਵਾਲੇ ਤੇ ਜਾਨਲੇਵਾ ਹਮਲਾ ਹੋਇਆ। ਇਹ ਸਾਰੀ ਘਟਨਾ ਪੂਰੀ ਸੰਗਤ ਦੇ ਸਾਹਮਣੇ ਸਵੇਰੇ ਅੰਮ੍ਰਿਤ ਵੇਲੇ ਪਾਲਕੀ ਸਾਹਿਬ ਲਿਆਉਂਦੇ ਵਾਪਰੀ। ਸੋ ਇਸ ਕ੍ਰਿਸ਼ਮੇ ਨੂੰ ਚਮਤਕਾਰ ਵੀ ਕਹਿ ਦਈਏ ਤਾਂ ਕੋਈ ਹਰਜ ਨਹੀਂ ਹੋਵੇਗਾ। ਦਰਬਾਰ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੀ ਪਵਿੱਤਰ ਨਗਰੀ ਦੇ ਵਿੱਚ ਗੁਰਕੀਰਤ ਕੌਰ ਆਪਣੇ 4 ਸਾਲ ਦੇ ਬੱਚੇ ਦੇ ਨਾਲ ਆਏ। ਗੁਰਕੀਰਤ ਕੌਰ ਨੇ ਦੱਸਿਆ ਕਿ ਵਿਆਹ ਤੋਂ 2 ਸਾਲ ਬਾਅਦ ਹੀ ਉਹਨਾਂ ਦੇ ਪਤੀ ਦੀ ਸੜਕ ਹਾਦਸੇ ਦੇ ਵਿੱਚ ਮੌਤ ਹੋ ਗਈ। ਪਤੀ ਦੇ ਜਾਣ ਤੋਂ ਬਾਅਦ ਸਹੁਰੇ ਪਰਿਵਾਰ ਨੇ ਉਹਨਾਂ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ, ਦੁਖੀ ਕਰਨਾ ਸ਼ੁਰੂ ਕਰ ਦਿੱਤਾ ਅਤੇ ਫਿਰ ਉਹ ਸਹੁਰੇ ਪਰਿਵਾਰ ਦਾ ਘਰ ਛੱਡ ਕੇ ਮੋਹਾਲੀ ਤੋਂ ਚੰਡੀਗੜ੍ਹ ਦੇ ਵਿੱਚ ਪੈਂਦੇ ਪਿੰਡ ਮਨੀ ਮਾਜਰਾ ਦੇ ਵਿੱਚ ਕਿਰਾਏ ਤੇ ਰਹਿਣ ਲੱਗ ਪਏ। ਉਹ ਪੇਕੇ ਵਾਪਸ ਨਹੀਂ ਗਏ। ਉਹਨਾਂ ਦੱਸਿਆ ਕਿ ਮੈਂ ਪੀਜੀਆਈ ਵਿੱਚ ਕਲਰਕ ਦੀ ਨੌਕਰੀ ਕਰਦੀ ਸੀ, ਸੋ ਮੈਂ ਸੋਚ ਰਿਹਾ ਕਿ ਮੈਂ ਪੂਰੀ ਉਮਰ ਹੁਣ ਦੁਬਾਰਾ ਵਿਆਹ ਨਹੀਂ ਕਰਾਵਾਂਗੀ ਤੇ ਆਪਣੀ ਨੌਕਰੀ ਦੇ ਸਿਰ ਤੇ ਹੀ ਆਪਣੇ ਬੱਚੇ ਨੂੰ ਪਾਲਾਂਗੀ। ਜਿੱਥੇ ਮੈਂ ਕਿਰਾਏ ਤੇ ਰਹਿ ਰਹੀ ਸੀ ਉਸ ਘਰ ਦੇ ਵਿੱਚ ਇੱਕ ਬਜ਼ੁਰਗ ਔਰਤ ਰਹਿੰਦੀ ਸੀ। ਉਹ ਕਿਸੇ ਦੇ ਨਾਲ ਵੀ ਗੱਲ ਨਹੀਂ ਕਰਦੀ ਸੀ। ਮੇਰੇ ਕੋਲ ਵੀ ਉਹ ਹਰ ਮਹੀਨੇ ਸਿਰਫ ਕਿਰਾਇਆ ਲੈਣ ਆਉਂਦੀ ਸੀ ਅਤੇ ਚਲੀ ਜਾਂਦੀ ਸੀ, ਨਾ ਹੀ ਕੋਈ ਗੱਲ ਕਰਦੀ ਸੀ। ਹੈਰਾਨੀ ਦੀ ਗੱਲ ਇਹ ਸੀ ਕਿ ਇੰਨੇ ਵੱਡੇ ਘਰ ਦੇ ਵਿੱਚ ਉਹ ਸਿਰਫ ਇੱਕ ਕਮਰਾ ਹੀ ਕਿਰਾਏ ਤੇ ਦਿੰਦੀ। ਲੋਕਾਂ ਤੋਂ ਪਤਾ ਲੱਗਿਆ ਕਿ ਉਸ ਦਾ ਪਤੀ ਮਰ ਗਿਆ ਹੈ ਅਤੇ ਬੱਚੇ ਕਦੀ ਵੀ ਹਾਲ ਪੁੱਛਣ ਦੇ ਲਈ ਨਹੀਂ ਆਉਂਦੇ, ਉਹ ਵਿਦੇਸ਼ਾਂ ਦੇ ਵਿੱਚ ਰਹਿੰਦੇ ਹਨ। 6 ਮਹੀਨੇ ਗੁਜ਼ਰੇ ਤਾਂ ਉਸ ਔਰਤ ਦੀ ਵੀ ਜਾਨ ਚਲੀ ਗਈ, ਉਹ ਮਰ ਗਈ। ਲੋਕਾਂ ਨੇ ਰਲ ਮਿਲ ਕੇ ਉਸ ਦਾ ਸੰਸਕਾਰ ਕਰ ਦਿੱਤਾ। ਹੁਣ ਉਸ ਘਰ ਦਾ ਮਾਲਕ ਕੋਈ ਵੀ ਨਹੀਂ ਸੀ। ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਮੈਂ ਕਿਰਾਇਆ ਕਿਸ ਨੂੰ ਦੇਵਾਂ। ਉਸ ਦੇ ਮਰਨ ਤੋਂ ਬਾਅਦ ਪਾਠ ਤੱਕ ਵੀ ਕਿਸੇ ਨੇ ਨਹੀਂ ਕਰਵਾਇਆ। ਉਸ ਦੇ ਰਿਸ਼ਤੇਦਾਰਾਂ ਦਾ ਵੀ ਕਿਸੇ ਨੂੰ ਕੋਈ ਪਤਾ ਨਹੀਂ ਸੀ। ਉਸ ਦੇ ਮਰਨ ਤੋਂ ਕੁਝ ਦਿਨ ਬਾਅਦ ਮੇਰਾ ਬੱਚਾ ਰੋਜ਼ ਰਾਤ ਨੂੰ 12 ਵਜੇ ਉੱਠ ਜਾਂਦਾ ਅਤੇ ਬਹੁਤ ਰੋਂਦਾ। 3 ਵਜੇ ਦੁਬਾਰਾ ਸੌਂਦਾ। 12 ਤੋਂ 3 ਵਜੇ ਦਾ ਉਹ ਸਮਾਂ ਮੇਰੇ ਬੱਚੇ ਦੇ ਲਈ ਬਹੁਤ ਤੰਗੀ ਦਾ ਸਮਾਂ ਹੋਣ ਲੱਗ ਪਿਆ। ਜਦੋਂ 4-5 ਦਿਨ ਲਗਾਤਾਰ ਇਸੇ ਤਰ੍ਹਾਂ ਹੁੰਦਾ ਰਿਹਾ ਤਾਂ ਮੈਂ ਆਪਣੇ ਬੱਚੇ ਗੁਰਸਿਮਰ ਨੂੰ ਡਾਕਟਰ ਦੇ ਕੋਲ ਲੈ ਕੇ ਗਈ। ਡਾਕਟਰ ਨੇ ਕਿਹਾ ਕਿ ਬੱਚਾ ਬਿਲਕੁਲ ਠੀਕ ਹੈ। ਮੇਰਾ 3 ਸਾਲ ਦਾ ਬੱਚਾ ਰੋਜ਼ ਰਾਤ ਨੂੰ 12 ਤੋਂ 3 ਵਜੇ ਤੱਕ ਰੋਂਦਾ ਤੇ ਫਿਰ ਪੂਰਾ ਦਿਨ ਪਿਆ ਰਹਿੰਦਾ। ਜਦੋਂ ਮਹੀਨੇ ਤੋਂ ਵੱਧ ਹੋ ਗਿਆ ਤਾਂ ਮੈਂ ਉਹ ਘਰ ਛੱਡ ਦਿੱਤਾ। ਮੇਰੇ ਮਨ ਦੇ ਵਿੱਚ ਵੀ ਵਹਿਮ ਆ ਗਏ, ਇਸੇ ਕਰਕੇ ਮੈਂ ਉਹ ਘਰ ਛੱਡ ਦਿੱਤਾ ਅਤੇ ਦੂਸਰੀ ਜਗ੍ਹਾ ਕਿਰਾਏ ਤੇ ਚਲੀ ਗਈ। ਉਸ ਰਾਤ ਗੁਰਸਿਮਰ ਨਹੀਂ ਰੋਇਆ, ਪਰ ਉਸ ਦਿਨ ਤੋਂ ਬਾਅਦ ਉਸਨੇ ਬੋਲਣਾ ਹੀ ਛੱਡ ਦਿੱਤਾ। ਮੈਂ ਜਦੋਂ ਘਰ ਛੱਡਿਆ ਤਾਂ ਮੇਰੇ ਬੱਚੇ ਨੇ ਬੋਲਣਾ ਹੀ ਛੱਡ ਦਿੱਤਾ, ਜਿਵੇਂ ਉਸਦੀ ਜ਼ੁਬਾਨ ਮੂੰਹ ਦੇ ਵਿੱਚ ਹੁੰਦੀ ਹੀ ਨਹੀਂ ਹੈ। ਮੈਂ ਡਾਕਟਰ ਨੂੰ ਦਿਖਾਇਆ, ਉਸਦੇ ਸਾਰੇ ਟੈਸਟ ਵੀ ਠੀਕ ਨਿਕਲੇ, ਪਰ ਮੇਰਾ ਬੱਚਾ ਦੁਬਾਰਾ ਨਹੀਂ ਬੋਲਿਆ ਤੇ ਨਾ ਹੀ ਸ਼ਰਾਰਤਾਂ ਕਰਦਾ। ਮੈਂ ਬਹੁਤ ਤੰਗ ਪਰੇਸ਼ਾਨ ਹੋ ਗਈ ਤੇ ਰੋ ਰੋ ਕੇ ਸਮਾਂ ਗੁਜ਼ਾਰਨ ਲੱਗੀ। 1 ਸਾਲ ਬਹੁਤ ਇਲਾਜ ਕਰਵਾਇਆ। ਮੈਂ ਨਿਰਾਸ਼ ਹੋ ਗਈ ਅਤੇ ਫਿਰ ਗੁਰੂ ਦਾ ਪੱਲਾ ਫੜਿਆ। ਸ਼੍ਰੀ ਦਰਬਾਰ ਸਾਹਿਬ ਗੁਰੂ ਰਾਮਦਾਸ ਜੀ ਦੇ ਚਰਨਾਂ ਦੇ ਵਿੱਚ ਆ ਗਈ। ਇੱਥੇ ਇੱਕ ਐਸਾ ਅਲੌਕਿਕ ਚਮਤਕਾਰ ਵਰਤਿਆ ਜਿਸ ਨੂੰ ਦੇਖ ਕੇ ਮੇਰੀ ਰੂਹ ਹੀ ਕੰਬ ਗਈ। ਪੂਰਾ ਦਿਨ ਅਤੇ ਰਾਤ ਮੈਂ ਲੰਗਰ ਹਾਲ ਦੇ ਵਿੱਚ ਸੇਵਾ ਕੀਤੀ ਅਤੇ ਫਿਰ ਜਦੋਂ ਸਵੇਰੇ ਪਾਲਕੀ ਤਿਆਰ ਹੋਈ ਤਾਂ ਮੈਂ ਨਾਲ ਚੱਲ ਪਈ। ਗੁਰਸਿਮਰ ਨੂੰ ਮੈਂ ਭੀੜ ਹੋਣ ਕਰਕੇ ਗੋਦੀ ਦੇ ਵਿੱਚ ਚੁੱਕਿਆ ਹੋਇਆ ਸੀ। ਗੁਰੂ ਸਾਹਿਬ ਦੀ ਪਾਲਕੀ ਨਾਲ ਚੱਲਦੇ ਚੱਲਦੇ ਮੇਰੇ ਹੰਝੂ ਵਹਿਣ ਲੱਗ ਪਏ। ਮੈਂ ਸੰਗਤ ਦੇ ਨਾਲ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਨ ਲੱਗੀ। ਜਦੋਂ ਪਾਲਕੀ ਸਾਹਿਬ ਦਰਸ਼ਨੀ ਦਰਵਾਜ਼ੇ ਤੱਕ ਪਹੁੰਚੀ ਤਾਂ ਮੇਰਾ ਬੱਚਾ ਅਚਾਨਕ ਹੀ ਸੰਗਤ ਦੇ ਨਾਲ ਬੋਲ ਪਿਆ ਅਤੇ ਉਹ ਸ਼ਬਦ ਜੋ ਉਸਨੇ ਬੋਲੇ ਉਹ ਸਨ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਮੈਂ ਉਸਦੇ ਇਹ ਸ਼ਬਦ ਸੁਣ ਕੇ ਉੱਚੀ ਰੋਣ ਲੱਗ ਪਈ ਅਤੇ ਵਾਹਿਗੁਰੂ ਵਾਹਿਗੁਰੂ ਜਪਣ ਲੱਗ ਪਈ। ਮੈਂ ਸਾਰੀ ਸੰਗਤ ਨੂੰ ਇਸ ਕ੍ਰਿਸ਼ਮੇ ਬਾਰੇ ਦੱਸਿਆ। ਮੈਂ ਸਾਰਿਆਂ ਨੂੰ ਦੱਸਿਆ ਕਿ ਮੇਰਾ ਬੱਚਾ 1 ਸਾਲ ਤੋਂ ਬਿਲਕੁਲ ਗੂੰਗਾ ਹੋ ਗਿਆ ਸੀ, ਪਰ ਗੁਰੂ ਰਾਮਦਾਸ ਜੀ ਦੀ ਐਸੀ ਮਿਹਰ ਹੋਈ ਕਿ ਮੇਰਾ ਬੱਚਾ ਬੋਲਣ ਲੱਗ ਪਿਆ। ਇਹੋ ਜਿਹਾ ਲੌਕਿਕ ਚਮਤਕਾਰ ਕ੍ਰਿਸ਼ਮਾ ਗੁਰੂ ਰਾਮਦਾਸ ਦੇ ਘਰ ਵਿੱਚ ਹੀ ਹੋ ਸਕਦਾ ਹੈ। ਉਸ ਨੇ ਸਾਡੀ ਬਾਂਹ ਫੜੀ ਤੇ ਮੇਰੇ ਬੱਚੇ ਨੂੰ ਵਾਪਸ ਜਿਉਣ ਦਾ ਮੌਕਾ ਦਿੱਤਾ। ਮੇਰੇ ਬੱਚੇ ਦੇ ਖਾਮੋਸ਼ ਹੋਣ ਦੇ ਪਿੱਛੇ ਚਾਹੇ ਕੋਈ ਵੀ ਕਾਰਨ ਹੋਵੇ, ਚਾਹੇ ਉਹ ਜਿਸ ਘਰ ਦੇ ਵਿੱਚ ਮੈਂ ਰਹਿੰਦੀ ਸੀ, ਚਾਹੇ ਉਹ ਘਰ ਹੀ ਕਾਰਨ ਹੋਵੇ, ਪਰ ਗੁਰੂ ਰਾਮਦਾਸ ਪਾਤਸ਼ਾਹ ਨੇ ਸਾਡੇ ਸਾਰੇ ਕਾਰਨਾਂ ਨੂੰ ਦੂਰ ਕਰਦੇ ਹੋਏ, ਸਾਡੀ ਤੰਗੀ ਨੂੰ ਦੂਰ ਕਰਦੇ ਹੋਏ ਮੇਰੇ ਬੱਚੇ ਨੂੰ ਜੀਵਨ ਦਾਨ ਦਿੱਤਾ ਅਤੇ ਮੇਰੀ ਜ਼ਿੰਦਗੀ ਸੁਧਾਰ ਦਿੱਤੀ।
ਮੈਂ ਜੋ ਇੱਛਾ ਆਪਣੇ ਮਨ ਦੇ ਵਿੱਚ ਰੱਖ ਕੇ ਆਈ ਸੀ, ਗੁਰੂ ਰਾਮਦਾਸ ਪਾਤਸ਼ਾਹ ਨੇ ਮੇਰੇ ਮੂੰਹੋਂ ਬੋਲੇ ਬਿਨਾਂ ਹੀ ਮੇਰੀ ਉਹ ਇੱਛਾ ਪੂਰੀ ਕਰ ਦਿੱਤੀ ਤੇ ਮੇਰੇ ਬੱਚੇ ਦੀ ਜ਼ਿੰਦਗੀ ਮੇਰੀ ਝੋਲੀ ਦੇ ਵਿੱਚ ਪਾ ਦਿੱਤੀ। ਇਸ ਚਮਤਕਾਰ ਦੀ ਘਟਨਾ ਬਾਰੇ ਦੱਸਦੇ ਹੋਏ ਗੁਰਕੀਰਤ ਕੌਰ ਉੱਚੀ ਉੱਚੀ ਰੋਣ ਲੱਗ ਪਏ। ਤੁਸੀਂ ਦੋਸਤੋ ਸਾਰੇ ਇਸ ਅਲੌਕਿਕ ਚਮਤਕਾਰ ਬਾਰੇ ਕੀ ਕਹਿਣਾ ਚਾਹੁੰਦੇ ਹੋ ਜਾਂ ਕੀ ਸੋਚਦੇ ਹੋ, ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦੇਣਾ। ਕਿ ਤੁਸੀਂ ਦਰਬਾਰ ਸਾਹਿਬ ਦੀ ਸ਼ਕਤੀ ਉੱਤੇ ਵਿਸ਼ਵਾਸ ਕਰਦੇ ਹੋ ਜਾਂ ਨਹੀਂ, ਕਮੈਂਟ ਕਰਕੇ ਜ਼ਰੂਰ ਦੱਸਣਾ। ਨਾਲ ਹੀ ਸਾਡੇ ਚੈਨਲ ਤੇ ਆਉਣ ਵਾਲੀਆਂ ਹੋਰ ਨਵੀਆਂ ਵੀਡੀਓਜ਼ ਦੇਖਣ ਲਈ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਦੇਣਾ। ਧੰਨਵਾਦ ਜੀ।